ਹੈਲੋ ਐਵਰੀਵਨ, ਵੈਲਕਮ ਟੂ CBC ਅਕੈਡਮੀ ਅਬੋਰ। ਮੈਂ ਹਾਂ ਅਰੁਣ ਤਨੇਜਾ ਅਤੇ ਆਪਾਂ ਕੰਟੀਨਿਊ ਕਰਾਂਗੇ ਟੌਪ 500 ਹਿਸਟਰੀ ਦੇ ਕੁਐਸਚਨ। ਅਤੇ ਬਹੁਤ ਹੀ ਸਟੈਂਡਰਡ ਕੁਐਸਚਨ ਤੁਹਾਨੂੰ ਕਰਵਾ ਰਹੇ ਹਾਂ, ਜਿਵੇਂ ਕਿ ਤੁਸੀਂ ਪ੍ਰੀਵੀਅਸ ਵੇਖੇ ਹੀ ਹੋਣਗੇ। ਅਗਰ ਕਿਸੇ ਨੇ ਨਹੀਂ ਵੇਖੇ ਤਾਂ ਕਨੈਕਟਿਡ ਹੈਗੇ ਜਿੰਨੇ ਵੀ ਆਪਾਂ ਕਰ ਰਹੇ ਹਾਂ ਹੁਣ, ਤਾਂ ਕਨੈਕਟਿਡ ਹੈਗੇ ਆ ਪਹਿਲਾਂ ਵਾਲੀਆਂ ਪਲੇਲਿਸਟ, ਜਿੰਨੇ ਵੀ ਲੈਕਚਰਸ ਹੈਗੇ ਆ ਪਲੇਲਿਸਟ ਦੇ ਵਿੱਚ ਹਿਸਟਰੀ ਵਾਲੀ ਦੇ ਵਿੱਚ, ਉਹ ਜਾ ਕੇ ਜ਼ਰੂਰ ਵੇਖੋ ਕਿਉਂਕਿ ਸਾਰੇ ਹੀ ਇੰਟਰਕਨੈਕਟਿਡ ਹੈਗੇ ਆ। ਸੋ ਤੁਸੀਂ ਸਾਡੀ ਜਿਹੜੀ CBC ਐਗਜ਼ਾਮ ਗੁਰੂ ਐਪ ਹੈਗੀ ਇਹਨੂੰ ਡਾਊਨਲੋਡ ਕਰ ਸਕਦੇ ਹੋ। ਡਾਇਵਰਸ ਬੈਨੀਫਿਟਸ ਹੈਗੇ ਐਪ ਦੇ, ਜਿਵੇਂ ਕਿ ਤੁਹਾਨੂੰ ਪ੍ਰੀਵੀਅਸ ਈਅਰ ਪੇਪਰ ਵੇਖਣ ਨੂੰ ਮਿਲ ਸਕਦੇ ਆ, ਜੋਬ ਅਲਰਟਸ ਮਿਲ ਸਕਦੇ ਆ ਅਤੇ ਨਿਊਲੀ ਅਪਡੇਟਿਡ ਕਰੰਟ ਅਫੇਅਰ ਤੁਸੀਂ ਡਾਊਨਲੋਡ ਕਰ ਸਕਦੇ ਹੋ। ਸੋ ਬਹੁਤ ਹੀ ਬੈਨੀਫੀਸ਼ੀਅਲ ਹੈ। ਬਾਕੀ ਸਾਡਾ ਪਟਵਾਰੀ ਦਾ ਮੋਸਟ ਐਪਰੀਸ਼ੀਏਬਲ ਕੋਰਸ ਜਿਹੜਾ ਹੈਗਾ ਪਟਵਾਰੀ ਦਾ, ਤੁਸੀਂ ਜੁਆਇਨ ਕਰ ਸਕਦੇ ਹੋ। ਬਾਕੀ ਨੈਬ ਤਹਿਸੀਲਦਾਰ ਦੇ ਹੁਣ ਕੋਰਸਿਸ ਚੱਲ ਰਹੇ ਕਰੈਸ਼ ਕੋਰਸਿਸ ਦੇ, ਜੋ ਕਿ ਬਹੁਤ ਹੀ ਰੀਜ਼ਨੇਬਲ ਫੀਸ ਦੇ ਵਿੱਚ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਸੋ ਆਪਾਂ ਸਟਾਰਟ ਕਰਦੇ ਹਾਂ ਇਸੇ ਦੇ ਨਾਲ ਆਪਣਾ ਅੱਜ ਦਾ ਲੈਕਚਰ। ਸੋ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ। ਆਪਣੇ ਜੋ ਵੀ ਰਿਵਿਊਜ਼ ਹੈਗੇ ਆ, ਕਿਊਰੀਜ਼ ਹੈਗੀਆਂ, ਤੁਸੀਂ ਮੈਨੂੰ ਦੇ ਸਕਦੇ ਹੋ ARNTANEJ07 'ਤੇ। ਸੋ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਹਾਂਜੀ, ਜੋ ਆਪਣਾ ਪਹਿਲਾ ਹੈਗਾ ਆਪਾਂ ਲਿਸਟ ਆਫ ਨਿਊਜ਼ਪੇਪਰ ਕਰਦੇ ਹਾਂ। ਜਿਵੇਂ ਕਿ ਤੁਸੀਂ PPSC ਪ੍ਰਿੰਸੀਪਲ ਦਾ ਪੇਪਰ ਵੇਖਿਆ ਹੋਊਗਾ, ਉਹਦੇ ਵਿੱਚ ਨਿਊਜ਼ਪੇਪਰ ਪੁੱਛੇ ਗਏ ਸੀ ਆਪਾਂ ਨੂੰ। ਮੈਚ ਦੀ ਫੋਲੋਇੰਗ ਆਇਆ ਸੀਗਾ, ਉਹਦੇ ਵਿੱਚ ਨਿਊ ਵਿਲ ਇੰਡੀਆ ਦਿੱਤਾ ਹੋਇਆ ਸੀਗਾ, ਕਾਮਨਵੈਲਥ ਦਿੱਤਾ ਹੋਇਆ ਸੀਗਾ ਨਿਊਜ਼ਪੇਪਰ। ਸੋ ਆਪਾਂ ਨਿਊਜ਼ਪੇਪਰ ਦੀ ਲਿਸਟ ਪੜ੍ਹਾਂਗੇ, ਪੀਜ਼ੈਂਟ ਰਿਵੋਲ ਦੀ ਲਿਸਟ ਪੜ੍ਹਾਂਗੇ, ਪੋਲੀਟੀਕਲ ਆਰਗੇਨਾਈਜੇਸ਼ਨ ਦੀ ਲਿਸਟ ਪੜ੍ਹਾਂਗੇ। ਸੋ ਆਪਾਂ ਅੱਜ ਦੇ ਲੈਕਚਰਸ ਇਹ ਸਾਰਾ ਕੰਮ ਕਰਾਂਗੇ ਕਿਉਂਕਿ ਐਕਸਟ੍ਰੀਮਲੀ ਇੰਪੋਰਟੈਂਟ ਹੈਗੇ ਆ, ਐਗਜ਼ਾਮ ਪੁਆਇੰਟ ਆਫ ਵਿਊ ਲਈ ਬਹੁਤ ਹੀ ਜ਼ਰੂਰੀ ਹੈਗੀਆਂ ਚੀਜ਼ਾਂ ਇਹ। ਸੋ ਤੁਸੀਂ ਇਹਨਾਂ ਨੂੰ ਧਿਆਨ ਦੇ ਨਾਲ ਯਾਦ ਕਰਨਾ, ਵਾਰ-ਵਾਰ ਰਿਪੀਟ ਕਰਨਾ ਇਹਨਾਂ ਚੀਜ਼ਾਂ ਨੂੰ। ਜਿਵੇਂ ਕਿ ਸਭ ਤੋਂ ਪਹਿਲਾਂ ਹੈਗਾ ਰਸਤ ਗੁਫਤਾਰ। ਇਹ ਕਿਹਨੇ ਲਿਖਿਆ ਸੀਗਾ? ਫਸਟ ਨਿਊਜ਼ਪੇਪਰ ਸੀਗਾ ਗੁਜਰਾਤੀ ਦੇ ਵਿੱਚ, ਇਹ ਵੀ ਤੁਸੀਂ ਯਾਦ ਰੱਖਣਾ, ਦਾਦਾ ਭਾਈ ਨਰੋਜੀ ਨੇ ਲਿਖਿਆ ਸੀਗਾ ਰਸਤ ਗੁਫਤਾਰ। ਨੈਕਸਟ ਹੈਗਾ ਸਟੇਟਸਮੈਨ, ਕਿਹਨੇ ਲਿਖਿਆ ਸੀਗਾ? ਰੋਬਰਟ ਨਾਈਟ ਨੇ। ਫਿਰ ਕੇਸਰੀ ਅਤੇ ਮਰਾਠਾ ਐਕਸਟ੍ਰੀਮਲੀ ਇੰਪੋਰਟੈਂਟ ਹੈਗੇ ਆ, ਜਿਹੜੇ ਕਿ BG ਤਿਲਕ ਨੇ ਲਿਖੇ ਸੀਗੇ, ਮਤਲਬ ਬਾਲ ਗੰਗਾਧਰ ਤਿਲਕ ਨੇ। ਨੈਕਸਟ ਹੈਗਾ ਸ਼ੁਦਰਕ, ਜਿਹੜਾ ਕਿ GK ਗੋਖਲੇ ਨੇ ਲਿਖਿਆ ਸੀਗਾ। ਨੈਕਸਟ ਹੈਗਾ ਨਿਊ ਇੰਡੀਆ ਵੀਕਲੀ ਦੀ ਗੱਲ ਕਰ ਰਹੇ ਹਾਂ ਆਪਾਂ, ਮੰਥਲੀ ਦੀ ਨਹੀਂ, ਡੇਲੀ ਦੀ ਗੱਲ ਨਹੀਂ ਕਰ ਰਹੇ। ਨਿਊ ਇੰਡੀਆ ਵੀਕਲੀ ਹੈਗਾ, ਉਹ ਬਿਪਿਨ ਚੰਦਰ ਪਾਲ ਨੇ ਲਿਖਿਆ ਸੀਗਾ। ਨਿਊ ਇੰਡੀਆ ਡੇਲੀ ਹੈਗਾ ਜਿਹੜਾ, ਉਹ ਐਨੀ ਬੇਸੈਂਟ ਨੇ ਲਿਖਿਆ ਸੀਗਾ। ਸੋ ਐਕਸਟ੍ਰੀਮਲੀ ਇੰਪੋਰਟੈਂਟ ਹੈਗੇ ਆ, ਤੁਸੀਂ ਇਹਨਾਂ ਨੂੰ ਯਾਦ ਰੱਖਣਾ। ਨੈਕਸਟ ਹੈਗਾ ਅੰਮ੍ਰਿਤਾ ਬਾਜ਼ਾਰ ਪੱਤਰਿਕਾ, ਸ਼ਿਸ਼ਰ ਕੁਮਾਰ ਘੋਸ਼ ਐਂਡ ਦਾ ਮੋਤੀ ਲਾਲ ਘੋਸ਼, ਇਹਨਾਂ ਨੂੰ ਤੁਸੀਂ ਯਾਦ ਕਰਨਾ। ਨੈਕਸਟ ਹੈਗਾ ਵੰਦੇ ਮਾਤਰਮ, ਅਰਬਿੰਦੋ ਘੋਸ਼ ਨੇ ਲਿਖਿਆ ਸੀਗਾ, ਠੀਕ ਹੈ ਜੀ। ਨੈਕਸਟ ਹੈਗਾ ਨੇਟਿਵ ਓਪੀਨੀਅਨ, ਜਿਹੜਾ ਕਿ ਨੇਟਿਵ ਓਪੀਨੀਅਨ ਕੀ ਲਿਖਿਆ? VN ਬੰਦਲਿਕ ਨੇ। ਨੈਕਸਟ ਹੈਗਾ ਹਿੰਦੂ ਕਿਹਨੇ ਲਿਖਿਆ? ਵੀਰ ਰਾਘਵਾਚਾਰਿਆ ਐਂਡ GS ਅਈਅਰ। ਐਕਸਟ੍ਰੀਮਲੀ ਇੰਪੋਰਟੈਂਟ ਹੈਗਾ, ਜਿਹੜਾ ਦਾ ਹਿੰਦੂ ਅਖਬਾਰ ਆਉਂਦਾ ਉਹਦੀ ਗੱਲ ਕਰ ਰਹੇ ਹਾਂ ਆਪਾਂ, ਵੀਰ ਰਾਘਵਾਚਾਰਿਆ ਐਂਡ GS ਅਈਅਰ। GS ਅਈਅਰ ਦਾ ਨਾਮ ਜ਼ਿਆਦਾ ਇੰਪੋਰਟੈਂਟ ਹੈਗਾ, ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੁੰਦਾ ਦਾ ਹਿੰਦੂ ਬਾਰੇ। ਸੋ ਨੈਕਸਟ ਹੈਗਾ ਸੰਧਿਆ ਨਿਊਜ਼ਪੇਪਰ, BB ਉਪਾਧਿਆ। ਨੈਕਸਟ ਹੈਗਾ ਹਿੰਦੂ ਪੈਟਰੋਇਟ, ਗਿਰੀਸ਼ ਚੰਦਰ ਘੋਸ਼, ਲੇਟਰ ਦਾ ਹਰੀਸ਼ ਚੰਦਰ ਮੁਖਰਜੀ। ਇੰਡੀਅਨ ਸੋਸ਼ਲਿਸਟ ਕਿਹਨੇ ਲਿਖਿਆ ਸੀਗਾ? ਸ਼ਿਆਮਾ ਕ੍ਰਿਸ਼ਨ ਵਰਮਾ। ਨੈਕਸਟ ਹੈਗਾ ਤਲਵਾਰ, ਕਿਹਨੇ ਲਿਖਿਆ ਸੀਗਾ? ਬਰਿੰਦਰ ਨਾਥ ਚਟੋਪਾਧਿਆ। ਫ੍ਰੀ ਹਿੰਦੁਸਤਾਨ ਕਿਹਨੇ ਲਿਖਿਆ? ਤਰਕਨਾਥ ਦਾਸ। ਹਿੰਦੁਸਤਾਨ ਟਾਈਮਸ KM ਪਾਨੀਕਰ। ਐਕਸਟ੍ਰੀਮਲੀ ਇੰਪੋਰਟੈਂਟ ਹੈ, ਵਾਰ ਰਿਵਾਈਜ਼ ਕਰਨਾ ਇਹਨਾਂ ਨੂੰ ਤੁਸੀਂ। ਜਿਵੇਂ ਕਿ ਆਪਾਂ ਫੇਰ ਰਿਵਾਈਜ਼ ਕਰ ਲੈਂਦੇ ਹਾਂ ਜੋ ਇੰਪੋਰਟੈਂਟ ਹੈਗੇ ਆ ਸਿਰਫ। ਜਿਵੇਂ ਕਿ ਰਸਤ ਗੁਫਤਾਰ ਕਿਹਨੇ ਲਿਖਿਆ? ਦਾਦਾ ਭਾਈ ਨਰੋਜੀ ਨੇ। ਫਿਰ ਸਟੇਟਸਮੈਨ ਇੰਪੋਰਟੈਂਟ ਹੈਗਾ ਰੋਬਰਟ ਨਾਈਟ ਨੇ। ਫਿਰ ਕੇਸਰੀ ਐਂਡ ਮਰਾਠਾ BG ਤਿਲਕ ਨੇ। ਸ਼ੁਦਰਕ ਇੰਪੋਰਟੈਂਟ ਹੈ GK ਗੋਖਲੇ ਨੇ। ਨਿਊ ਇੰਡੀਆ ਵੀਕਲੀ ਬਿਪਿਨ ਚੰਦਰ ਪੌਲ। ਅੰਮ੍ਰਿਤਾ ਬਾਜ਼ਾਰ ਪੱਤਰਿਕਾ ਸ਼ਿਸ਼ਰ ਕੁਮਾਰ ਘੋਸ਼ ਐਂਡ ਦਾ ਮੋਤੀ ਲਾਲ ਘੋਸ਼। ਨੈਕਸਟ ਜੋ ਸਭ ਤੋਂ ਇੰਪੋਰਟੈਂਟ ਹੈਗਾ ਉਹ ਹੈਗਾ ਹਿੰਦੂ ਪੈਟਰੋਇਟ, ਜੋ ਲਿਖਿਆ ਸੀਗਾ ਗਿਰੀਸ਼ ਚੰਦਰ ਘੋਸ਼ ਨੇ। ਫਿਰ ਹੈਗਾ ਹਿੰਦੂ ਪੈਟਰੋਇਟ ਗਿਰੀਸ਼ ਚੰਦਰ ਘੋਸ਼, ਤੁਸੀਂ ਯਾਦ ਰੱਖਣਾ। ਫਿਰ ਹੈਗਾ ਹਿੰਦੂ, ਜਿਹੜਾ ਕਿ ਲਿਖਿਆ ਗਿਆ ਸੀ GS ਅਈਅਰ ਨੇ। ਸੋ ਬਹੁਤ ਹੀ ਇੰਪੋਰਟੈਂਟ ਹੈਗਾ, ਜੋ ਮੈਂ ਤੁਹਾਨੂੰ ਇੰਪੋਰਟੈਂਟ ਕਰਵਾਏ ਇਹਨਾਂ ਨੂੰ ਤੁਸੀਂ ਉੱਦਾਂ ਹੀ ਯਾਦ ਕਰਨਾ ਕਿਉਂਕਿ ਐਗਜ਼ਾਮ ਲਈ ਬਹੁਤ ਹੀ ਜ਼ਰੂਰੀ ਹੈਗੇ ਆ। ਸੋ ਹੁਣ ਆਪਾਂ ਅੱਗੇ ਮੂਵ ਕਰਦੇ ਹਾਂ। ਹਾਂਜੀ, ਨੈਕਸਟ ਹੈਗਾ ਕੁਝ ਪੋਲੀਟੀਕਲ ਆਰਗੇਨਾਈਜੇਸ਼ਨ ਹੈਗੀਆਂ ਜੋ ਨੈਸ਼ਨਲ ਲੈਵਲ 'ਤੇ ਕੰਮ ਕਰ ਰਹੀਆਂ ਸੀ, ਜੋ ਆਪਣੇ ਫਰੀਡਮ ਸਟਰਗਲ ਦੇ ਵਿੱਚ ਜਿਨ੍ਹਾਂ ਨੇ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕੀਤਾ। ਜਿਵੇਂ ਕਿ ਇੰਡੀਅਨ ਨੈਸ਼ਨਲ ਕਾਂਗਰਸ ਹੋ ਗਈ, ਜਾਂ ਉਸ ਤੋਂ ਪਹਿਲਾਂ ਜਿਹੜੀ ਆਰਗੇਨਾਈਜੇਸ਼ਨ ਬਣੀਆਂ ਸੀਗੀਆਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਆਰਗੇਨਾਈਜੇਸ਼ਨ ਬਣੀਆਂ ਕਿਉਂ ਸੀਗੀਆਂ। ਜਿਹੜਾ ਸਭ ਤੋਂ ਵੱਡਾ ਆਰਗੇਨਾਈਜੇਸ਼ਨ ਬਣਨ ਦਾ ਕਾਰਨ ਸੀਗਾ, ਉਹ ਪਹਿਲਾ ਕਾਰਨ ਸੀਗਾ ਐਜੂਕੇਸ਼ਨ ਦਾ ਆਉਣਾ। ਦੂਜਾ ਗੱਲ ਇਹ ਸੀਗਾ ਰੇਲਵੇਜ਼ ਦਾ ਆਉਣਾ, ਜਿਹਦੇ ਨਾਲ ਆਪਣੀ ਕਨੈਕਟੀਵਿਟੀ ਵਧੀ ਸੀਗੀ। ਤੀਜਾ ਕਾਰਨ ਕੀ ਸੀਗਾ? ਪ੍ਰੈਸ ਦਾ ਇੰਟਰੋਡਕਸ਼ਨ ਆਫ ਪ੍ਰੈਸ, ਠੀਕ ਹੈ ਜੀ। ਫਿਰ ਚੌਥਾ ਕਾਰਨ ਸੀਗਾ ਆਪਣੀ ਜਿਹੜੀਆਂ ਸੋਸ਼ਲ ਐਂਡ ਰਿਲੀਜੀਅਸ ਰਿਫੋਰਮ ਮੂਵਮੈਂਟ ਚੱਲ ਰਹੀਆਂ ਸੀਗੀਆਂ ਉਸ ਦਾ। ਫਿਰ ਆਉਣਾ ਸੀਗਾ ਇੱਕ ਇੰਟਲੈਕਚੁਅਲ ਲੈਵਲ ਸੋਸਾਇਟੀ ਦਾ ਫਾਰਮਡ ਹੋਣਾ, ਠੀਕ ਹੈ ਜੀ। ਸੋ ਇਹ 5 ਬੇਸਿਕ ਕਾਰਨ ਬਣਦੇ ਆ ਜਿਨ੍ਹਾਂ ਕਰਕੇ ਸਾਰੀਆਂ ਦੀਆਂ ਸਾਰੀਆਂ ਪੋਲੀਟੀਕਲ ਆਰਗੇਨਾਈਜੇਸ਼ਨ ਉੱਭਰ ਕੇ ਸਾਹਮਣੇ ਆਈਆਂ। ਜੋ ਇਸ ਤੋਂ ਵੀ ਫਾਰਮੋਸਟ ਕਾਰਨ ਸੀਗਾ ਜੋ ਪੋਲੀਟੀਕਲ ਆਰਗੇਨਾਈਜੇਸ਼ਨ ਦਾ ਉੱਭਰਨਾ ਸੀਗਾ, ਉਹ ਸੀਗਾ ਓਪਰੈਸਿਵ ਪਾਲਿਸੀਜ਼ ਆਫ ਦਾ ਬ੍ਰਿਟਿਸ਼। ਜਿਹੜੀਆਂ ਬ੍ਰਿਟਿਸ਼ਰ ਆਪਣੇ ਅਗੇਂਸਟ ਓਪਰੈਸਿਵ ਪਾਲਿਸੀਜ਼ ਬਣਾ ਰਹੇ ਸੀਗੇ, ਉਹ ਸਭ ਤੋਂ ਵੱਡਾ ਕਾਰਨ ਸੀਗਾ। ਕਿਸ ਦਾ ਕਾਰਨ ਸੀਗਾ? ਪੋਲੀਟੀਕਲ ਆਰਗੇਨਾਈਜੇਸ਼ਨ ਦਾ ਉੱਭਰਨ ਦਾ।
ਪੋਲੀਟੀਕਲ ਆਰਗੇਨਾਈਜੇਸ਼ਨ ਤੋਂ ਭਾਵ ਕੀ ਹੁੰਦਾ ਕਿ ਜਿਵੇਂ ਆਪਣਾ ਇੰਡੀਅਨ ਨੈਸ਼ਨਲ ਕਾਂਗਰਸ ਬਣੀ ਸੀਗੀ, ਮਦਰਾਸ ਮਹਾਜਨ ਸਭਾ ਬਣੀ ਸੀਗੀ, ਜਾਂ ਹੋਰ ਵੀ ਜਿਹੜੀਆਂ ਬਣੀਆਂ ਸੀਗੀਆਂ ਆਪਣੇ, ਜਿਵੇਂ ਕਿ ਇੰਡੀਅਨ ਐਸੋਸੀਏਸ਼ਨ ਬਣੀ ਸੀਗੀ, ਇੰਡੀਅਨ ਯੂਨੀਅਨ ਬਣੀ ਸੀਗੀ, ਬੰਬੇ ਐਸੋਸੀਏਸ਼ਨ ਬਣੀ ਸੀਗੀ। ਸੋ ਇਸੇ ਤਰ੍ਹਾਂ ਦੀਆਂ ਕਾਫੀ ਪੋਲੀਟੀਕਲ ਆਰਗੇਨਾਈਜੇਸ਼ਨ ਬਣੀਆਂ ਜਿਨ੍ਹਾਂ ਨੇ ਜਨਮ ਦਿੱਤਾ ਇੰਡੀਅਨ ਨੈਸ਼ਨਲ ਕਾਂਗਰਸ ਨੂੰ, ਜਿਹਨੇ ਕਿ ਆਪਣੀ ਜਿਹੜੀ ਨੈਸ਼ਨਲ ਫਰੀਡਮ ਮੂਵਮੈਂਟ ਹੈ ਉਹਨੂੰ ਅੱਗੇ ਲੀਡ ਕੀਤਾ ਸੀਗਾ। ਸੋ ਆਪਾਂ ਪੜ੍ਹਦੇ ਹਾਂ ਇਹਦੇ ਬਾਰੇ। ਸੋ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ 1839 ਦੇ ਵਿੱਚ ਬ੍ਰਿਟਿਸ਼ ਇੰਡੀਆ ਸੁਸਾਇਟੀ ਫਾਰਮ ਹੋਈ ਸੀਗੀ। ਕਿਹਨੇ ਫਾਰਮ ਕੀਤੀ ਸੀ? ਵਿਲੀਅਮ ਐਡਮਸ ਨੇ। ਅਤੇ ਇਹ ਵੀ ਤੁਸੀਂ ਯਾਦ ਰੱਖਣਾ ਵੀ ਕਿੱਥੇ ਫਾਰਮਡ ਹੋਈ ਸੀ, ਤਾਂ ਆਪਣਾ ਆਨਸਰ ਆ ਜਾਊਗਾ ਲੰਡਨ ਦੇ ਵਿੱਚ। ਸੋ ਐਕਸਟ੍ਰੀਮਲੀ ਇੰਪੋਰਟੈਂਟ ਹੈਗਾ। ਨੈਕਸਟ ਹੈਗਾ, ਹਾਂਜੀ ਨੈਕਸਟ ਹੈਗਾ ਬ੍ਰਿਟਿਸ਼ ਇੰਡੀਆ ਸੁਸਾਇਟੀ ਕਿੱਥੇ ਫਾਰਮਡ ਹੋਈ ਸੀ? ਕੈਲਕਟਾ ਦੇ ਵਿੱਚ। ਸੋ ਇਹਨਾਂ ਦਾ ਨਾਮ ਨਹੀਂ ਆਪਾਂ ਨੂੰ ਪਤਾ ਵੀ ਕਿਹਨਾਂ ਨੇ ਫਾਰਮਡ ਕੀਤੀ ਸੀਗੀ, ਪਰ ਆਪਾਂ ਇਹਨਾਂ ਨੂੰ ਪਤਾ, ਇੰਨਾ ਯਾਦ ਰੱਖਣਾ ਵੀ ਕੈਲਕਟਾ ਦੇ ਵਿੱਚ ਫਾਰਮਡ ਹੋਈ ਸੀਗੀ। ਸੋ ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ ਵੀ ਸਭ ਤੋਂ ਜਿਹੜੀ ਪਹਿਲੀ ਆਪਣੀ ਸੁਸਾਇਟੀ ਫਾਰਮਡ ਹੋਈ ਸੀਗੀ ਇੰਡੀਅਨ ਦੀ, ਕੀ ਨਾਮ ਸੀ ਉਹਦਾ ਨਾਮ ਸੀਗਾ ਬ੍ਰਿਟਿਸ਼ ਇੰਡੀਆ ਸੁਸਾਇਟੀ। ਸੋ ਨੈਕਸਟ ਹੋਈ ਹੈ ਬ੍ਰਿਟਿਸ਼ ਇੰਡੀਆ ਐਸੋਸੀਏਸ਼ਨ ਦਵਿੰਦਰਨਾਥ ਟੈਗੋਰ ਨੇ ਕੈਲਕਟਾ ਦੇ ਵਿੱਚ। ਜਿਹੜੀ ਬ੍ਰਿਟਿਸ਼ ਇੰਡੀਆ ਐਸੋਸੀਏਸ਼ਨ ਫਾਰਮਡ ਹੋਈ ਸੀਗੀ, ਇੱਕ ਬੇਸਿਕਲੀ ਜ਼ਿਮੀਂਦਾਰਾਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਫਾਰਮਡ ਹੋਈ ਸੀਗੀ। ਬਾਅਦ ਦੇ ਵਿੱਚ ਇਹਨਾਂ ਨੇ ਲੋਕਾਂ ਦੇ ਹਿੱਤ ਦੀ ਗੱਲ ਕਰਨੀ ਸ਼ੁਰੂ ਕੀਤੀ ਸੀਗੀ। ਪਹਿਲਾਂ ਤਾਂ ਜ਼ਿਮੀਂਦਾਰਾਂ ਦੇ ਹਿੱਤਾਂ ਦੀ ਗੱਲ ਹੀ ਕਰਦੇ ਹੁੰਦੇ ਸੀਗੇ, ਬਾਅਦ ਦੇ ਵਿੱਚ ਇਹਨਾਂ ਨੂੰ ਜਿਵੇਂ ਜਿਵੇਂ ਅਵੇਅਰਨੈਸ ਹੋਈ ਉਦੋਂ ਤੋਂ ਜਿਵੇਂ ਜਿਵੇਂ ਇਹਨਾਂ ਦੇ ਨਾਲ ਲੋਕ ਜੁੜਨੇ ਸ਼ੁਰੂ ਹੋਏ, ਉਸ ਤੋਂ ਬਾਅਦ ਇਹਨਾਂ ਨੇ ਆਮ ਲੋਕਾਂ ਦੇ ਹਿੱਤਾਂ ਦੀ ਗੱਲ ਸ਼ੁਰੂ ਕਰਨੀ ਸਟਾਰਟ ਕੀਤੀ। ਠੀਕ ਹੈ ਜੀ। ਨੈਕਸਟ ਹੈਗਾ ਬ੍ਰਿਟਿਸ਼ ਇੰਡੀਆ ਐਸੋਸੀਏਸ਼ਨ ਦਵਿੰਦਰਨਾਥ ਟੈਗੋਰ। ਉਸ ਤੋਂ ਬਾਅਦ ਹੈਗਾ ਮਦਰਾਸ ਨੇਟਿਵ ਐਸੋਸੀਏਸ਼ਨ, ਮਦਰਾਸ ਦੇ ਵਿੱਚ ਫਾਰਮਡ ਹੋਈ। ਨੈਕਸਟ ਹੈਗਾ ਬੰਬੇ ਐਸੋਸੀਏਸ਼ਨ। ਕਿਹਨੇ ਫਾਰਮਡ ਕੀਤੀ? ਜਗਨਨਾਥ ਸ਼ੰਕਰ ਨੇ ਬੰਬੇ ਦੇ ਵਿੱਚ। ਬੰਬੇ ਐਸੋਸੀਏਸ਼ਨ ਕਦੋਂ ਫਾਰਮਡ ਹੋਈ ਸੀਗੀ? 1852 ਦੇ ਵਿੱਚ। ਇਹ ਪਰਟੀਕੂਲਰ ਡੇਟਸ ਵੀ ਆਪਣੇ ਕੋਲੋਂ ਪੁੱਛ ਲਈਆਂ ਜਾਂਦੀਆਂ ਹੁੰਦੀਆਂ। ਬੰਬੇ ਐਸੋਸੀਏਸ਼ਨ ਕਦੋਂ ਫਾਰਮਡ ਹੋਈ ਸੀਗੀ? 1852 ਦੇ ਵਿੱਚ। ਕਿਹਨੇ ਫਾਰਮਡ ਕੀਤੀ ਸੀਗੀ? ਜਗਨਨਾਥ ਸ਼ੰਕਰ ਨੇ। ਕਿੱਥੇ ਫਾਰਮਡ ਕੀਤੀ ਸੀ? ਬੰਬੇ ਦੇ ਵਿੱਚ। ਲੰਡਨ ਇੰਡੀਆ ਕਮੇਟੀ ਕਿੱਥੇ ਫਾਰਮਡ ਹੋਈ ਸੀਗੀ? ਲੰਡਨ ਦੇ ਵਿੱਚ। ਠੀਕ ਹੈ। ਅਤੇ ਕਦੋਂ ਫਾਰਮਡ ਹੋਈ ਸੀ? 1862 ਦੇ ਵਿੱਚ। ਫਾਊਂਡ ਕਿਹਨੇ ਕੀਤੀ ਸੀ? CP ਮੁਦਿਲਰ ਨੇ। ਨੈਕਸਟ ਹੈਗੀ ਈਸਟ ਇੰਡੀਆ ਐਸੋਸੀਏਸ਼ਨ। ਕਿਹਨੇ ਫਾਰਮਡ ਕੀਤੀ ਸੀ? ਦਾਦਾ ਭਾਈ ਨਰੋਜੀ ਨੇ। ਐਕਸਟ੍ਰੀਮਲੀ ਇੰਪੋਰਟੈਂਟ ਹੈਗਾ, ਇਹਨੂੰ ਰੈੱਡ ਪੈਨ ਦੇ ਨਾਲ ਮਾਰਕ ਕਰ ਲੈਣਾ ਤੁਸੀਂ, ਇਹੀ ਤੁਹਾਡੇ ਕੋਲੋਂ ਐਗਜ਼ਾਮ ਦੇ ਵਿੱਚ ਪੁੱਛਿਆ ਜਾਣਾ। ਈਸਟ ਇੰਡੀਆ ਐਸੋਸੀਏਸ਼ਨ ਦਾਦਾ ਭਾਈ ਨਰੋਜੀ ਨੇ। ਠੀਕ ਹੈ ਜੀ। ਕਦੋਂ ਫਾਰਮਡ ਹੋਈ ਸੀ? ਲੰਡਨ ਦੇ ਵਿੱਚ 1866 ਈਸਵੀ ਦੇ ਵਿੱਚ। ਨੈਕਸਟ ਹੈਗਾ ਨੈਸ਼ਨਲ ਇੰਡੀਅਨ ਐਸੋਸੀਏਸ਼ਨ। ਮੈਰੀ ਕਾਰਪੈਂਟਰ ਨੇ ਫਾਰਮਡ ਕੀਤੀ ਸੀਗੀ ਲੰਡਨ ਦੇ ਵਿੱਚ 1867 ਦੇ ਵਿੱਚ। ਐਕਸਟ੍ਰੀਮਲੀ ਇੰਪੋਰਟੈਂਟ ਹੈ ਵੀ ਇੰਡੀਆ ਸੁਸਾਇਟੀ ਆਨੰਦ ਮੋਹਨ ਬੋਸ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਲੰਡਨ ਦੇ ਵਿੱਚ। ਸੋ ਜਿੰਨੀਆਂ ਵੀ ਆਪਾਂ ਪੜ੍ਹ ਰਹੇ ਹਾਂ ਐਗਜ਼ਾਮ ਦੇ ਵਿੱਚ ਵਾਰ-ਵਾਰ ਪੁੱਛੀਆਂ ਹੋਈਆਂ, ਤੁਹਾਨੂੰ ਉਮੀਦ ਕਰ ਸਕਦਾ ਤੁਸੀਂ ਵੀ ਇਹਨਾਂ ਨੂੰ ਉਸੇ ਢੰਗ ਦੇ ਨਾਲ ਯਾਦ ਕਰੋਗੇ। ਨੈਕਸਟ ਹੈਗਾ ਇੰਡੀਆ ਸੁਸਾਇਟੀ ਆਨੰਦ ਮੋਹਨ ਬੋਸ ਲੰਡਨ। ਨੈਕਸਟ ਹੈਗਾ ਇੰਡੀਅਨ ਐਸੋਸੀਏਸ਼ਨ ਆਨੰਦ ਮੋਹਨ ਬੋਸ ਐਂਡ ਦਾ SN ਬੈਨਰਜੀ। ਐਕਸਟ੍ਰੀਮਲੀ ਇੰਪੋਰਟੈਂਟ, ਰੈੱਡ ਪੈਨ ਦੇ ਨਾਲ ਮਾਰਕ ਕਰ ਲੈਣਾ ਜਦੋਂ ਵੀ ਤੁਹਾਨੂੰ ਨੋਟਸ ਮਿਲਣਗੇ। ਠੀਕ ਹੈ। ਆਨੰਦ ਮੋਹਨ ਬੋਸ ਅਤੇ SN ਬੈਨਰਜੀ ਇੰਡੀਅਨ ਐਸੋਸੀਏਸ਼ਨ ਕੈਲਕਟਾ ਦੇ ਵਿੱਚ। ਠੀਕ ਹੈ ਜੀ। ਨੈਕਸਟ ਹੈਗਾ ਇੰਡੀਅਨ ਨੈਸ਼ਨਲ ਸੁਸਾਇਟੀ। ਕਿਹਨੇ ਫਾਰਮ ਕੀਤੀ ਸੀ? ਸ਼ਿਸ਼ਿਰ ਕੁਮਾਰ ਬੋਸ ਨੇ। ਠੀਕ ਹੈ ਜੀ, ਕੈਲਕਟਾ ਦੇ ਵਿੱਚ। ਨੈਕਸਟ ਹੈਗਾ ਇੰਡੀਅਨ ਨੈਸ਼ਨਲ ਕਾਨਫਰੰਸ। SN ਬੈਨਰਜੀ ਨੇ ਅਤੇ ਕੈਲਕਟਾ ਵਿੱਚ। ਨੈਕਸਟ ਹੈਗਾ ਬੰਬੇ ਪ੍ਰੈਜ਼ੀਡੈਂਸੀ ਐਸੋਸੀਏਸ਼ਨ। ਕਿਹਨੇ ਫਾਰਮ ਕੀਤੀ ਸੀ? ਫਿਰੋਜ਼ ਸ਼ਾਹ ਮਹਿਤਾ ਐਂਡ KT ਤਲਾਂਗ, ਬੰਬੇ ਦੇ ਵਿੱਚ। ਠੀਕ ਹੈ। ਬੰਬੇ ਪ੍ਰੈਜ਼ੀਡੈਂਸੀ ਐਸੋਸੀਏਸ਼ਨ ਕਿਹਨੇ ਫਾਰਮ ਕੀਤੀ ਸੀਗੀ? ਫਿਰੋਜ਼ ਸ਼ਾਹ ਮਹਿਤਾ ਐਂਡ KT ਤਲਾਂਗ। ਠੀਕ ਹੈ। ਨੈਕਸਟ ਹੈਗਾ ਇੰਡੀਅਨ ਨੈਸ਼ਨਲ ਕਾਂਗਰਸ AO ਹਿਊਮ। ਠੀਕ ਹੈ। ਨੈਕਸਟ ਹੈਗਾ ਯੂਨਾਈਟਿਡ ਇੰਡੀਆ ਪੈਟਰੋਟਿਕ ਐਸੋਸੀਏਸ਼ਨ। ਇਹ ਕਿਹਨੇ ਫਾਰਮ ਕੀਤੀ ਸੀਗੀ? ਯੂਨਾਈਟਿਡ ਇੰਡੀਆ ਪੈਟਰੋਟਿਕ ਐਸੋਸੀਏਸ਼ਨ ਕਿਹਨੇ ਫਾਰਮ ਕੀਤੀ? ਸਰ ਸੈਯਦ ਅਹਿਮਦ ਖਾਨ। ਐਕਸਟ੍ਰੀਮਲੀ ਇੰਪੋਰਟੈਂਟ। ਨੈਕਸਟ ਹੈਗਾ ਸਰਵੈਂਟ ਆਫ ਇੰਡੀਆ ਸੁਸਾਇਟੀ GK ਗੋਖਲੇ, ਜਿਵੇਂ ਕਿ ਇਹਦੇ ਬਾਰੇ ਆਪਾਂ ਲਾਸਟ ਲੈਕਚਰਸ ਦੇ ਵਿੱਚ ਪੜ੍ਹਿਆ ਹੈਗਾ ਬਹੁਤ ਹੀ ਡਿਟੇਲ ਵੀ ਦੇ ਵਿੱਚ। ਹੋਮ ਰੂਲ ਲੀਗ ਕਿਹਨੇ ਫਾਰਮ ਕੀਤੀ ਸੀਗੀ? ਐਨੀ ਬੇਸੈਂਟ ਤੇ BG ਤਿਲਕ ਨੇ। ਠੀਕ ਹੈ, 1915 ਦੇ ਵਿੱਚ। ਨੈਕਸਟ ਹੈਗਾ UP ਕਿਸਾਨ ਸਭਾ। ਕਿਹਨੇ ਫਾਰਮ ਕੀਤੀ? ਮਾਲਵੀਆ, ਗੌਰੀ ਸ਼ੰਕਰ ਐਂਡ ਦਾ ਇੰਦਰਾ ਨਾਰਾਇਣ। ਸੋ ਜਿਹੜੀਆਂ ਇੰਪੋਰਟੈਂਟ ਹੈਗੀਆਂ ਤੁਹਾਨੂੰ ਦੁਬਾਰਾ ਹੀ ਬੋਲ ਦਿੰਦਾ ਮੈਂ ਇੰਪੋਰਟੈਂਟ ਕਿਹੜੀਆਂ ਹੈਗੀਆਂ ਇਹਦੇ ਵਿੱਚ। ਜੋ ਸਭ ਤੋਂ ਇੰਪੋਰਟੈਂਟ ਹੈਗੀ ਹੈ ਬ੍ਰਿਟਿਸ਼ ਇੰਡੀਆ ਐਸੋਸੀਏਸ਼ਨ, ਦਵਿੰਦਰਨਾਥ ਟੈਗੋਰ ਨੇ ਫਾਰਮ ਕੀਤੀ ਸੀਗੀ। ਉਸ ਤੋਂ ਬਾਅਦ ਹੈਗੀ ਹੈ ਈਸਟ ਇੰਡੀਆ ਐਸੋਸੀਏਸ਼ਨ, ਜੋ ਕਿ ਫਾਰਮ ਕੀਤੀ ਸੀ ਦਾਦਾ ਭਾਈ ਨਰੋਜੀ ਨੇ। ਲੰਡਨ ਦੇ ਵਿੱਚ ਕੀਤੀ ਸੀ, ਨਾ ਕਿ ਇੰਡੀਆ ਦੇ ਵਿੱਚ ਕੀਤੀ ਸੀ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਫਿਰ ਨੈਕਸਟ ਹੈਗਾ ਇੰਡੀਆ ਐਸੋਸੀਏਸ਼ਨ। ਕਿਹਨੇ ਫਾਰਮ ਕੀਤੀ ਸੀਗੀ? ਆਨੰਦ ਮੋਹਨ ਬੋਸ ਐਂਡ SN ਬੈਨਰਜੀ। ਫਿਰ ਨੈਕਸਟ ਹੈਗਾ ਇੰਡੀਅਨ ਨੈਸ਼ਨਲ ਕਾਂਗਰਸ। ਇੰਡੀਅਨ ਨੈਸ਼ਨਲ ਕਾਨਫਰੰਸ ਕਿਹਨੇ ਫਾਰਮ ਕੀਤੀ ਸੀ? SN ਬੈਨਰਜੀ ਨੇ। ਫਿਰ ਆ ਜਾਊਗਾ ਬੰਬੇ ਪ੍ਰੈਜ਼ੀਡੈਂਸੀ ਐਸੋਸੀਏਸ਼ਨ, ਫਿਰੋਜ਼ ਸ਼ਾਹ ਮਹਿਤਾ ਐਂਡ KT ਤਲਾਂਗ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਜੋ ਇੰਪੋਰਟੈਂਟ ਹੈਗੀ ਹੈ ਉਹ ਹੈਗੀ ਹੈ ਯੂਨਾਈਟਿਡ ਇੰਡੀਅਨ ਪੈਟਰੋਟਿਕ ਐਸੋਸੀਏਸ਼ਨ, ਸਰ ਸੈਯਦ ਅਹਿਮਦ ਖਾਨ। ਇੰਡੀਅਨ ਨੈਸ਼ਨਲ ਕਾਂਗਰਸ ਸਾਰਿਆਂ ਨੂੰ ਪਤਾ ਹੀ ਹੋਊਗਾ, AO ਹਿਊਮ। ਫਿਰ ਉਸ ਤੋਂ ਬਾਅਦ ਆ ਜਾਂਦਾ ਹੈ ਹੋਮ ਰੂਲ ਲੀਗ, ਉਹ ਪਤਾ ਹੀ ਹੋਊਗਾ ਸਾਰਿਆਂ ਨੂੰ, ਐਨੀ ਬੇਸੈਂਟ ਤੇ BG ਤਿਲਕ। ਸੋ ਸਰਵੈਂਟ ਆਫ ਇੰਡੀਆ ਸੁਸਾਇਟੀ GK ਗੋਖਲੇ। ਸੋ ਜਿਹੜੀਆਂ ਮੈਂ ਬਾਅਦ 'ਚ ਬੋਲੀਆਂ ਉਹ ਜ਼ਿਆਦਾ ਇੰਪੋਰਟੈਂਟ ਹੈਗੀਆਂ, ਬਾਕੀ ਤੁਸੀਂ ਛੱਡ ਵੀ ਸਕਦੇ ਹੋ। ਜੇ ਤੁਸੀਂ ਮਤਲਬ ਇੱਕ ਵੀ ਨੰਬਰ ਨਹੀਂ ਚਾਹੁੰਦੇ ਆਪਣਾ ਕੱਟਿਆ ਜਾਵੇ ਤਾਂ ਤੁਸੀਂ ਸਾਰੀਆਂ ਦੀ ਸਾਰੀਆਂ ਯਾਦ ਕਰਨੀ ਹੈ। ਫਿਰ ਵੀ ਅਗਰ ਤੁਹਾਨੂੰ ਜ਼ਿਆਦਾ ਹੈਕਟਿਕ ਲੱਗ ਰਹੀ ਤੁਸੀਂ ਇੱਕ ਅੱਧੀ ਛੱਡ ਸਕਦੇ ਹੋ। ਠੀਕ ਹੈ ਜੀ, ਜਿਵੇਂ ਵੀ ਤੁਹਾਨੂੰ ਕਨਵੀਨੀਅੰਟ ਲੱਗਦਾ। ਠੀਕ ਹੈ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਹੁਣ ਜਿਵੇਂ ਪੜ੍ਹੀਆਂ ਸੀਗੀਆਂ ਆਪਾਂ ਸੋਸ਼ਲ ਰਿਲੀਜੀਅਸ ਰਿਫੋਰਮ ਮੂਵਮੈਂਟ। ਠੀਕ ਹੈ ਜੀ, ਬਹੁਤ ਸਾਰੀਆਂ ਹੁਣ ਤੱਕ ਆਪਾਂ ਪੜ੍ਹ ਚੁੱਕੇ ਹਾਂ, ਇਹਨਾਂ ਦੇ ਕਾਰਨ ਵੀ ਪੜ੍ਹ ਚੁੱਕੇ ਹਾਂ। ਕਾਰਨ ਇਹਨਾਂ ਦੇ ਇਹੀ ਹੈਗੇ ਆ ਵੀ ਐਜੂਕੇਸ਼ਨ ਦਾ ਫੈਲਣਾ ਹੋ ਗਿਆ ਸੀਗਾ।
ਉਸ ਤੋਂ ਬਾਅਦ ਜਿਹੜੇ ਆਪਣੇ ਰਾਜਾ ਰਾਮ ਮੋਹਨ ਰਾਏ ਜਿਹੜੇ ਰੇਨੈਂਸਾ ਦੇ ਫਾਦਰ ਹੈਗੇ ਆ, ਉਹਨਾਂ ਦਾ ਉੱਭਰਨਾ। ਉਸ ਤੋਂ ਬਾਅਦ ਜਿਹੜੇ ਵੈਸਟਰਨ ਪੋਲੀਟੀਕਲ ਥੋਟਸ ਹੈਗੇ ਆ, ਉਹਨਾਂ ਦਾ ਇੰਟਰੀਚਮੈਂਟ ਹੋਣਾ ਇੰਡੀਆ ਦੇ ਵਿੱਚ ਬਾਈ ਆਵਰ ਇੰਟਲੈਕਚੁਅਲਸ। ਇੰਡੀਅਨ ਸੀਗੇ ਉਹ ਫੋਰਨ ਦੇ ਵਿੱਚ ਐਜੂਕੇਟ ਹੋ ਰਹੇ ਸੀਗੇ, ਉਹਨਾਂ ਦਾ ਇੰਡੀਆ ਦੇ ਵਿੱਚ ਆਉਣਾ, ਜਿਵੇਂ ਕਿ ਆਪਣੇ ਦਾਦਾ ਭਾਈ ਨਰੋਜੀ ਹੈਗੇ ਆ, ਜਾਂ ਆਪਣੇ ਹੋਰ ਵੀ ਜਿਹੜੇ ਸੋਸ਼ਲ ਰਿਫਾਰਮਰਸ ਹੈਗੇ ਆ, ਪੋਲੀਟੀਕਲ ਰਿਫਾਰਮਰਸ ਹੈਗੇ, ਇਹਨਾਂ ਸਾਰੇ ਚੀਜ਼ਾਂ ਦੇ ਮਿਲ ਕੇ ਹੀ ਸਾਰੀਆਂ ਜਿਹੜੀਆਂ ਆਪਣੀਆਂ ਸੋਸ਼ਲ ਰਿਫਾਰਮਸ ਮੂਵਮੈਂਟ ਨੂੰ ਜਨਮ ਦਿੱਤਾ। ਠੀਕ ਹੈ ਜੀ। ਬਾਕੀ ਜਿਹੜੇ ਬ੍ਰਿਟਿਸ਼ਰਸ ਦੀਆਂ ਜਿਹੜੀਆਂ ਪ੍ਰੋਗਰੈਸਿਵ ਪੋਲਿਸੀ ਸੀਗੀਆਂ, ਜਿਵੇਂ ਕਿ ਸਤੀ ਨੂੰ ਬੈਨ ਕਰਨਾ ਸੀਗਾ, ਜਾਂ ਕੁਛ ਕਹਿ ਸਕਦੇ ਹਾਂ ਆਪਣਾ ਵਿਡੋ ਰੀਮੈਰਿਜ ਨੂੰ ਲੈ ਕੇ ਆਉਣਾ ਸੀਗਾ, ਇਹ ਵੀ ਵਨ ਆਫ ਦੀ ਮੇਜਰ ਰੀਜ਼ਨਸ ਬਣੇ ਸੀਗੇ। ਉਹ ਜਿਹੜੀਆਂ ਵੀ ਆਪਣੇ ਸੋਸ਼ਲ ਰਿਲੀਜੀਅਸ ਰਿਫਾਰਮ ਮੂਵਮੈਂਟ ਉੱਭਰ ਕੇ ਸਾਹਮਣੇ ਆਈਆਂ ਸੀਗੀਆਂ। ਠੀਕ ਹੈ ਜੀ। ਸੋ ਜਿਹੜੀਆਂ ਵੀ ਮੂਵਮੈਂਟ ਉੱਭਰ ਕੇ ਸਾਹਮਣੇ ਆਈਆਂ ਸੀਗੀਆਂ, ਉਹਨਾਂ ਦੇ ਫਾਊਂਡਰ ਦਾ ਨਾਮ ਯਾਦ ਰੱਖਣਾ ਹੈ, ਅਤੇ ਕਦੋਂ ਫੋਰਮਡ ਹੋਈਆਂ ਸੀ ਇਹ ਵੀ ਆਪਾਂ ਯਾਦ ਰੱਖਣਾ। ਠੀਕ ਹੈ ਜੀ। ਅਤੇ ਕਿੱਥੇ ਹੋਈ, ਮਤਲਬ ਇਹਨਾਂ ਦੀ ਫਾਊਂਡੇਸ਼ਨ ਰੱਖੀ ਗਈ ਸੀ, ਇਹ ਆਪਾਂ ਨੂੰ ਆਪਣੇ ਲਈ ਜ਼ਰੂਰੀ ਨਹੀਂ ਗਾ, ਪਰ ਆਪਾਂ ਨੂੰ ਇੰਨਾ ਯਾਦ ਰੱਖਣਾ ਵੀ ਇਹ ਕਦੋਂ ਫੋਰਮਡ ਹੋਈਆਂ ਸੀ। ਠੀਕ ਹੈ ਜੀ। ਸੋ ਜਿਹੜਾ ਆਪਣਾ ਪਹਿਲਾ ਬਣ ਜਾਂਦਾ ਆਤਮੀయ ਸਭਾ, ਇਹ ਮੈਂ ਤੁਹਾਨੂੰ ਕਰਾਇਆ ਵੀ ਸੀਗਾ। ਹਾਂਜੀ। ਨੈਕਸਟ ਹੈਗਾ ਬ੍ਰਹਮੋ ਸਮਾਜ ਦੀ ਫਾਊਂਡੇਸ਼ਨ ਕਿਹਨੇ ਰੱਖੀ ਸੀ, ਉਹ ਵੀ ਰਾਜਾ ਰਾਮ ਮੋਹਨ ਰਾਏ ਨੇ 1829 ਦੇ ਵਿੱਚ। ਠੀਕ ਹੈ ਜੀ। ਸੋ ਉਸ ਤੋਂ ਬਾਅਦ ਹੈਗੀ ਧਰਮਾ ਸਭਾ, ਜੋ ਕਿ ਰਾਧਾ ਕਾਂਤ ਦੇਵ ਨੇ ਰੱਖੀ ਸੀਗੀ 1830 ਦੇ ਵਿੱਚ। ਫਿਰ ਤਤਵਬੋਧਨੀ ਸਭਾ ਦਵਿੰਦਰਨਾਥ ਟੈਗੋਰ ਨੇ 1834 ਦੇ ਵਿੱਚ। ਫਿਰ ਆ ਜਾਊਗਾ ਆਪਣਾ ਪਰਮਾਹੰਸ ਮੰਡਲੀ, ਜੋ ਕਿ ਦਵੋਪਾ ਪਾਂਡੂਰੰਗ ਨੇ 1849 ਦੇ ਵਿੱਚ। ਸੋ ਇਹ ਪਰਮਾਹੰਸ ਮੰਡਲੀ, ਦਵੋਪਾ ਪਾਂਡੂਰੰਗ ਨੇ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਫਿਰ ਆ ਜੂਗੀ ਰਹਿਨੁਮਾਈ ਮਜਦਨ ਸਭਾ, ਇਹ ਦਾਦਾ ਭਾਈ ਨਰੋਜੀ ਨੇ 1851 ਦੇ ਵਿੱਚ ਆ ਜੂਗਾ। ਫਿਰ ਰਾਧਾ ਸਵਾਮੀ ਸਤਸੰਗ, ਜੋ ਕਿ ਤੁਲਸੀ ਰਾਮ ਆਲਸੋ ਨੋਨ ਐਜ਼ ਸ਼ਿਵ ਦਿਆਲ ਸਾਹਿਬ। ਫਿਰ ਆ ਜਾਂਦਾ ਬ੍ਰਹਮੋ ਸਮਾਜ ਆਫ ਇੰਡੀਆ, ਕੇਸ਼ਵ ਚੰਦਰ ਸੇਨ। ਪਹਿਲਾਂ ਆਪਾਂ ਪੜ੍ਹਿਆ ਸਿਰਫ ਕੱਲਾ ਬ੍ਰਹਮੋ ਸਮਾਜ, ਜੋ ਜਿਹਦੀ ਫਾਊਂਡੇਸ਼ਨ ਰੱਖੀ ਸੀ ਰਾਜਾ ਰਾਮ ਮੋਹਨ ਰਾਏ ਨੇ। ਜਿਹੜੀ ਬ੍ਰਹਮੋ ਸਮਾਜ ਆਫ ਇੰਡੀਆ ਦੀ ਜਿਹੜੀ ਫਾਊਂਡੇਸ਼ਨ ਆ, ਉਹ ਕਿਹਨੇ ਰੱਖੀ ਸੀ, ਕੇਸ਼ਵ ਚੰਦਰ ਸੇਨ ਨੇ। ਫਿਰ ਪ੍ਰਾਰਥਨਾ ਸਮਾਜ ਦੀ ਫਾਊਂਡੇਸ਼ਨ ਕਿਹਨੇ ਰੱਖੀ, ਡਾਕਟਰ ਆਤਮਾਰਾਮ ਪਾਂਡੂਰੰਗ। ਇਹ ਆਪਾਂ ਕਰਿਆ ਸੀਗਾ ਲਾਸਟ ਲੈਕਚਰਸ ਦੇ ਵਿੱਚ, ਸੋ ਸਾਰਿਆਂ ਨੂੰ ਯਾਦ ਹੋਣੀਆਂ ਚਾਹੀਦੀਆਂ। ਜਿਹੜੇ ਟੇਬਲਸ ਕਰਵਾ ਰਹੇ ਆ ਤੁਹਾਨੂੰ, ਜੇ ਤੁਸੀਂ ਨਾਇਬ ਤਹਿਸੀਲਦਾਰ ਦਾ ਪੇਪਰ ਦੇ ਰਹੇ ਹੋ, ਪੰਜਾਬ PCS ਦੇ ਰਹੇ ਹੋ, ਤੁਹਾਨੂੰ ਇੱਕ ਨਾ ਇੱਕ ਕੁਐਸਚਨ ਉੱਥੇ ਵੇਖਣ ਨੂੰ ਜ਼ਰੂਰ ਮਿਲੂਗਾ 100%, ਜਿੰਨੇ ਵੀ ਆਪਾਂ ਹੁਣ ਟੇਬਲਸ ਪੜ੍ਹੇ ਆ। ਜੇ ਇਹਨਾਂ ਸਾਰਿਆਂ 'ਚੋਂ ਇੱਕ ਤੁਹਾਨੂੰ ਕੁਐਸਚਨ ਮਿਲ ਜਾਂਦਾ ਤਾਂ ਆਪਣੀ ਜਿਹੜੀ ਤਿਆਰੀ ਹੈਗੀ ਹੈ, ਮਤਲਬ ਇੱਕ ਕੁਐਸਚਨ ਹੀ ਬਹੁਤ ਹੀ ਇੰਪੋਰਟੈਂਟ ਹੁੰਦਾ ਹੈ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਸੋ ਨੈਕਸਟ ਹੈਗਾ ਆਰਿਆ ਸਮਾਜ ਦੀ ਫਾਊਂਡੇਸ਼ਨ ਕਿਹਨੇ ਰੱਖੀ ਸੀਗੀ, ਸਵਾਮੀ ਦਇਆਨੰਦ ਨੇ। ਠੀਕ ਹੈ। ਫਿਰ ਆ ਜਾਂਦਾ ਥੀਓਸੋਫੀਕਲ ਸੁਸਾਇਟੀ, HP ਬੋਲਸਕੇ ਅਤੇ ਕਰਨਲ ਔਲਕੋਟ। ਸੋ ਇਹ ਸਾਰਿਆਂ ਨੂੰ ਪਤਾ ਹੋਊਗਾ, ਮੈਨੂੰ ਲੱਗਦਾ ਵੀ ਸਾਰਿਆਂ ਨੂੰ ਪਤਾ ਹੋਊਗਾ, ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਇਹ ਚੀਜ਼, ਕਿਉਂਕਿ ਆਪਾਂ ਪੜ੍ਹ ਚੁੱਕੇ ਹਾਂ ਪਹਿਲੇ ਵਾਲੇ ਲੈਕਚਰਸ ਦੇ ਵਿੱਚ। ਸੋ ਨੈਕਸਟ ਆ ਜਾਂਦਾ ਸਧਾਰਨ ਬ੍ਰਹਮੋ ਸਮਾਜ। ਫਿਰ ਆ ਜਾਂਦਾ ਕਿਹਨੇ ਫਾਊਂਡੇਸ਼ਨ ਰੱਖੀ ਸੀ ਸਧਾਰਨ ਬ੍ਰਹਮੋ ਸਮਾਜ ਦੀ, ਆਨੰਦ ਮੋਹਨ ਬੋਸ ਨੇ 1878 ਈਸਵੀ ਦੇ ਵਿੱਚ। ਫਿਰ ਆ ਜਾਂਦਾ ਡੈਕਨ ਐਜੂਕੇਸ਼ਨ ਸੁਸਾਇਟੀ, GG ਅਗਰਕਰ 1884 ਈਸਵੀ ਦੇ ਵਿੱਚ। ਸੋ ਐਕਸਟ੍ਰੀਮਲੀ ਇੰਪੋਰਟੈਂਟ ਹੈਗਾ, ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਹੁਣ ਮੈਂ ਤੁਹਾਨੂੰ ਦੱਸ ਦੇਣਾ ਵੀ ਕਿਹੜੀ ਸਭ ਤੋਂ ਇੰਪੋਰਟੈਂਟ ਹੈਗੀ ਆ। ਜਿਵੇਂ ਕਿ ਆਤਮੀय ਸਮਾਜ ਸਭ ਤੋਂ ਇੰਪੋਰਟੈਂਟ ਹੈਗਾ, ਜਿਹੜਾ ਕਿ ਰਾਜਾ ਰਾਮ ਮੋਹਨ ਰਾਏ ਨੇ। ਬ੍ਰਹਮੋ ਸਮਾਜ ਇੰਪੋਰਟੈਂਟ ਹੈਗਾ। ਤਤਵਬੋਧਨੀ ਸਭਾ ਇੰਪੋਰਟੈਂਟ ਹੈਗੀ, ਜੀ ਦਵਿੰਦਰਨਾਥ ਟੈਗੋਰ ਨੇ ਰੱਖੀ ਸੀਗੀ। ਫਿਰ ਆ ਜਾਂਦਾ ਡਾਕਟਰ ਆਤਮਾਰਾਮ ਪਾਂਡੂਰੰਗ ਨੇ। ਫਿਰ ਆਰਿਆ ਸਮਾਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਸਵਾਮੀ ਦਇਆਨੰਦ ਨੇ। ਥੀਓਸੋਫੀਕਲ ਸੁਸਾਇਟੀ ਐਕਸਟ੍ਰੀਮਲੀ ਇੰਪੋਰਟੈਂਟ ਹੈ, HP ਬਾਲਸਕੇ ਅਤੇ ਕਰਨਲ ਔਲਕੋਟ। ਠੀਕ ਹੈ। ਫਿਰ ਆ ਜਾਂਦਾ ਡੈਕਨ ਐਜੂਕੇਸ਼ਨ ਸੁਸਾਇਟੀ, GG ਅਗਰਕਰ। ਸੋ ਇਹ ਸਾਰੀਆਂ ਜਿੰਨੀਆਂ ਵੀ ਤੁਹਾਨੂੰ ਮੈਂ ਦੱਸੀਆਂ ਤੁਸੀਂ ਯਾਦ ਰੱਖਣੀਆਂ। ਬਾਕੀ ਇਹਨਾਂ ਦੇ ਡੇਟਸ ਵੀ ਦਿੱਤੀਆਂ ਹੋਈਆਂ ਨਾਲ ਦੇ ਨਾਲ, ਉਹ ਤੁਸੀਂ ਯਾਦ ਰੱਖਣੀਆਂ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀਆਂ। ਸੋ ਤੁਸੀਂ ਮੋਡਰਨ ਹਿਸਟਰੀ 'ਚੋਂ ਅਗਰ ਕੋਈ ਕੁਐਸਚਨ ਐਕਸਪੈਕਟ ਕਰੋਗੇ ਤਾਂ ਇੱਕ ਕੁਐਸਚਨ ਇਹ ਸਾਰੀਆਂ ਜਿਹੜੀਆਂ ਲਿਸਟਾਂ ਹੈਗੀਆਂ ਉਹਦੇ 'ਚੋਂ ਆ ਜਾਣਾ ਇੱਕ। ਜਿਵੇਂ ਕਿ ਆਪਾਂ ਜਿਹੜੀ ਪਹਿਲਾਂ ਵੀ ਲਿਸਟ ਪੜ੍ਹੀ ਉਹਨੂੰ ਮਿਲਾ ਕੇ ਸਾਰੀਆਂ ਲਿਸਟਾਂ, ਜੇ ਆਪਾਂ ਅੱਗੇ ਜੜਾਂਗੇ ਜਿਹੜੇ ਆਪਣੀਆਂ ਪੀਜ਼ੈਂਟ ਮੂਵਮੈਂਟ ਹੈਗੀਆਂ ਸੀ, ਟਰਾਈਬਲ ਮੂਵਮੈਂਟ ਹੈਗੀਆਂ ਸੀ, ਉਹਨਾਂ ਦੀ ਲਿਸਟ ਵੀ ਕਰਾਂਗੇ। ਸੋ ਸਾਰੀਆਂ ਲਿਸਟਾਂ ਨੂੰ ਮਿਲਾ ਕੇ ਇੱਕ ਕੁਐਸਚਨ ਤੁਹਾਡਾ ਜ਼ਰੂਰ ਆਉਣਾ ਹੀ ਆਉਣਾ ਹੈ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਸੋ ਨੈਕਸਟ ਹੈਗਾ ਲਿਸਟ ਆਫ ਪੀਜ਼ੈਂਟ ਮੂਵਮੈਂਟਸ। ਸੋ ਪੀਜ਼ੈਂਟ ਮੂਵਮੈਂਟ ਦੇ ਕਾਰਨ ਕੀ ਸੀ, ਆਪਾਂ ਆਲਰੇਡੀ ਵੀ ਡਿਸਕਸ ਕਰ ਚੁੱਕੇ ਹਾਂ ਵੀ ਪੀਜ਼ੈਂਟ ਮੂਵਮੈਂਟ ਦੇ ਜਿਹੜੇ ਕਾਰਨ ਸੀਗੇ ਉਹ ਸੀਗੇ ਜਿਹੜਾ ਪਰਮਾਨੈਂਟ ਲੈਂਡ ਸੈਟਲਮੈਂਟ ਸਿਸਟਮ ਦਾ ਆਉਣਾ, ਰੋਇਤਵਾਰੀ ਸਿਸਟਮ ਦਾ ਆਉਣਾ, ਮਾਹਲਵਾੜੀ ਸਿਸਟਮ ਦਾ ਆਉਣਾ। ਜਿਹੜੇ ਇਹ ਸਾਰੇ ਸਿਸਟਮ ਆਏ ਸੀਗੇ ਉਹਨਾਂ ਕਰਕੇ ਜਿਹੜੀਆਂ ਆਪਣੇ ਪੀਜ਼ੈਂਟ ਮੂਵਮੈਂਟ ਉੱਭਰ ਕੇ ਸਾਹਮਣੇ ਆਈਆਂ ਸੀਗੀਆਂ। ਜਿਹੜੀਆਂ ਬ੍ਰਿਟਿਸ਼ਰਸ ਦੀਆਂ ਓਪਰੈਸਿਵ ਪੋਲਿਸੀ ਸੀਗੀ ਆਪਣੇ ਪੀਜ਼ੈਂਟਸ ਦੇ ਅਗੇਂਸਟ, ਉਹਨਾਂ ਕਰਕੇ ਜਿਹੜੀਆਂ ਸਾਰੀਆਂ ਪੀਜ਼ੈਂਟ ਮੂਵਮੈਂਟਸ ਉੱਭਰ ਕੇ ਸਾਹਮਣੇ ਆਈਆਂ ਸੀਗੀਆਂ। ਸੋ ਹੁਣ ਆਪਾਂ ਨੂੰ ਉਹਨਾਂ ਦੇ ਜਿਹੜੇ ਲੀਡਰ ਹੈਗੇ ਹੈ ਉਹਨਾਂ ਦੇ ਨਾਮ ਪਤਾ ਹੋਣੇ ਚਾਹੀਦੇ, ਇਹ ਕਿਹੜੇ ਏਰੀਆ ਦੇ ਵਿੱਚ ਹੋਈ ਸੀਗੀ ਅਤੇ ਉਹਦੇ ਕੋਰਸ ਐਂਡ ਕੌਨਸੀਕੁਐਂਸਿਸ ਕੀ ਹੋਏ ਸੀਗੇ। ਸੋ ਜਿਵੇਂ ਤੁਸੀਂ ਵੇਖ ਸਕਦੇ ਹੋ ਜਿਹੜਾ ਆਪਣਾ PPSC ਹੈਗਾ, UPSC ਦੇ ਜਿਹੜੇ ਪ੍ਰੀਵੀਅਸ ਈਅਰ ਕੁਐਸਚਨ ਹੈਗੇ ਉਹਨਾਂ 'ਚੋਂ ਬੋਰੋ ਕਰ ਰਿਹਾ। ਸੋ ਐਸੇ ਢੰਗ ਦੇ ਤੁਹਾਨੂੰ ਕੁਐਸਚਨ ਵੇਖਣ ਨੂੰ ਮਿਲਦੇ ਆ UPSC ਦੇ ਵਿੱਚ, ਤੁਸੀਂ ਉਸੇ ਢੰਗ ਦੇ ਨਾਲ ਹੀ ਕਰਨਾ ਕੁਐਸਚਨਸ ਨੂੰ। ਠੀਕ ਹੈ ਜੀ। ਸੋ ਪੜ੍ਹਦੇ ਹਾਂ ਆਪਾਂ। ਨੈਕਸਟ ਵੇਖ ਸਕਦੇ ਹੋ ਤੁਸੀਂ ਰੰਗਪੁਰ ਜਿਹੜੇ ਰਿਬੇਲੀਅਨ ਮੂਵਮੈਂਟ ਹੋਈ ਸੀਗੀ 1783 ਦੇ ਵਿੱਚ। ਏਰੀਆ ਕਿਹੜਾ ਸੀਗਾ, ਦਿਨਪੁਰ ਅਤੇ ਬੰਗਾਲ ਦੇ ਵਿੱਚ ਏਰੀਆ, ਦੋਨੇ ਏਰੀਆ। ਇਹਦੇ ਲੀਡਰ ਦਾ ਨਾਮ ਕੀ ਸੀਗਾ, ਧੀਰਜ ਨਾਰਾਇਣ।
ਕੋਰਸ ਐਂਡ ਕੌਨਸੀਕੁਐਂਸਿਸ ਕੀ ਹੋਇਆ ਸੀਗਾ, ਅਗੇਂਸਟ ਹਾਈ ਐਨਹਾਂਸਡ ਰਿਵੈਨਿਊ ਪੈਰਲ ਗੌਰਮੈਂਟ ਐਂਡ ਦਾ ਅਟੈਕ ਔਨ ਦਾ ਕਲੋਨੀਅਲ ਸਿੰਬਲਸ। ਠੀਕ ਹੈ ਜੀ। ਸੋ ਨੈਕਸਟ ਹੈਗਾ ਮਾਲਾਬਾਰ ਰਿਵੋਲਟ ਕਿੱਥੇ ਹੋਇਆ ਸੀਗਾ, ਮਾਲਾਬਾਰ ਕੋਸਟ ਤੁਹਾਨੂੰ ਪਤਾ ਸਾਰਿਆਂ ਨੂੰ ਕੇਰਲਾ ਦੇ ਵਿੱਚ ਹੈਗੀ ਹੈ। ਠੀਕ ਹੈ ਜੀ। ਅਤੇ ਨੈਕਸਟ ਹੈਗਾ ਇੰਡੀਗੋ ਰਿਵੋਲਟ ਕਿੱਥੇ ਕਦੋਂ ਹੋਇਆ ਸੀਗਾ, 1859 ਦੇ ਵਿੱਚ ਹੋਇਆ ਸੀ ਬੰਗਾਲ ਦੇ ਵਿੱਚ। ਇਹਦੇ ਲੀਡਰ ਮੇਨ ਕਿਹੜੇ ਸੀ, ਐਕਸਟ੍ਰੀਮਲੀ ਇੰਪੋਰਟੈਂਟ ਹੈਗਾ ਦਿਗੰਬਰ ਵਿਸ਼ਵਾਸ ਅਤੇ ਵਿਸ਼ਨੂੰ ਵਿਸ਼ਵਾਸ। ਵਿਸ਼ਵਾਸ ਬ੍ਰਦਰ ਜਿੱਥੇ ਵੀ ਆ ਜਾਣ ਉਹ ਕਿਹਦੇ ਨਾਲ ਰਿਲੇਟਿਡ ਹੋਣਗੇ, ਆਪਣੇ ਇੰਡੀਗੋ ਰਿਬੇਲੀਅਨ ਦੇ ਨਾਲ, ਜੋ ਹੋਇਆ ਸੀਗਾ 1859 ਦੇ ਵਿੱਚ ਡਿਊਰਿੰਗ ਦੀ ਟਾਈਮ ਆਫ ਲੋਰਡ ਕੈਨਿੰਗ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਨੈਕਸਟ ਇੰਪੋਰਟੈਂਟ ਹੈਗਾ ਜੋ ਇੰਡੀਗੋ ਰਿਬੇਲੀਅਨ ਦੇ ਨਾਲ ਜੋ ਇੰਪੋਰਟੈਂਟ ਚੀਜ਼ ਮਿਲਦੀ ਹੈ ਵੀ ਜਿਹੜਾ ਨੀਲ ਦਰਪਣ ਇੱਕ ਨਾਵਲ ਲਿਖਿਆ ਗਿਆ ਸੀਗਾ ਉਹ ਕਿਸ ਰਿਬੇਲੀਅਨ 'ਤੇ ਬੇਸਿਸ ਹੈਗਾ, ਤਾਂ ਆਪਣਾ ਆਂਸਰ ਆ ਜਾਊਗਾ ਇੰਡੀਗੋ ਰਿਬੇਲੀਅਨ 'ਤੇ ਬੇਸਿਸ ਹੈਗਾ। ਠੀਕ ਹੈ। ਨੈਕਸਟ ਹੈਗਾ ਪਬਨਾ ਰਿਵੋਲਟ ਜੋ ਕਿ ਬੰਗਾਲ ਦੇ ਵਿੱਚ ਹੋਈ ਸੀ 1873 ਤੋਂ ਲੈ ਕੇ 1876 ਦੇ ਵਿੱਚ। ਈਸ਼ਰ ਚੰਦਰ ਰਾਏ ਐਂਡ ਦਾ ਸ਼ੰਭੂ ਪਾਲ ਦੋ ਮੇਜਰ ਲੀਡਰ ਸੀਗੇ ਇਹਨਾਂ ਦੇ। ਪਬਨਾ ਰਿਵੋਲਟ ਐਕਸਟ੍ਰੀਮਲੀ ਇੰਪੋਰਟੈਂਟ ਹੈਗਾ 1873 ਤੋਂ ਲੈ ਕੇ 1876 ਬੰਗਾਲ ਦੇ ਵਿੱਚ, ਈਸ਼ਰ ਚੰਦਰ ਰਾਏ ਐਂਡ ਦਾ ਸ਼ੰਭੂ ਪਾਲ। ਡੈਕਨ ਰੋਇਟ ਕਦੋਂ ਹੋਏ ਸੀਗੇ, 1875 ਦੇ ਵਿੱਚ। ਇਹ ਕਿੱਥੇ ਹੋਏ ਸੀਗੇ, ਪੂਨਾ ਸਤਰਾ ਦੇ ਵਿੱਚ, ਅਹਿਮਦਨਗਰ ਦੇ ਵਿੱਚ। ਠੀਕ ਹੈ। ਸੋ ਡੈਕਨ ਰੋਇਟ ਦਾ ਜਿਹੜਾ ਮੁੱਖ ਬਣਦਾ ਸੀਗਾ ਉਹ ਹੈਗਾ ਸੀਗਾ ਸੋਸ਼ਲ ਬਾਈਕਆਊਟ, ਵੀ ਜਿਹੜੇ ਵੀ ਜ਼ਿਮੀਂਦਾਰ ਜਿਨ੍ਹਾਂ ਦਾ ਉਹ ਮਤਲਬ ਜ਼ਿਮੀਂਦਾਰ ਸੀਗੇ ਉਹ ਅੰਗਰੇਜ਼ਾਂ ਦਾ ਸਾਥ ਦੇ ਰਹੇ ਸੀ ਉਹਨਾਂ ਦਾ ਸੋਸ਼ਲ ਬਾਈਕਾਟ ਕਰ ਦਿੱਤਾ ਗਿਆ ਸੀਗਾ ਡਿਊਰਿੰਗ ਦੀ ਡੈਕਨ ਰੋਇਟ, ਜਿਹੜੇ ਹੋਏ ਸੀਗੇ ਪੂਨੇ ਅਤੇ ਸਤਰਾ ਦੇ ਵਿੱਚ, ਮਤਲਬ ਕਿ ਮਹਾਰਾਸ਼ਟਰ ਦੇ ਵਿੱਚ। ਡੈਕਨ ਰੋਇਟ 1875 ਦੇ ਵਿੱਚ। ਇਹਨਾਂ ਦਾ ਆਪਾਂ ਨੂੰ ਕਰੋਨੋਲੋਜੀਕਲ ਆਰਡਰ ਵੀ ਪੁੱਛ ਲਿਆ ਜਾਂਦਾ ਹੁੰਦਾ ਹੈ। ਸੋ ਇਹਨਾਂ ਦਾ ਕਰੋਨੋਲੋਜੀਕਲ ਆਰਡਰ ਤੁਸੀਂ ਯਾਦ ਰੱਖਣਾ, ਜਿਵੇਂ ਕਿ ਆਪਾਂ ਨੂੰ ਇੰਡੀਗੋ, ਪਬਨਾ ਅਤੇ ਡੈਕਨ ਦਾ ਆਪਾਂ ਨੂੰ ਕਰੋਨੋਲੋਜੀਕਲ ਆਰਡਰ ਪੁੱਛ ਲਿਆ ਜਾਊਗਾ, ਤੁਸੀਂ ਉਸ ਹਿਸਾਬ ਨਾਲ ਯਾਦ ਰੱਖਣਾ। ਸੋ ਸਭ ਤੋਂ ਪਹਿਲਾਂ ਹੋਏ ਸੀ ਇੰਡੀਗੋ, ਫਿਰ ਪਬਨਾ, ਫਿਰ ਡੈਕਨ ਰੋਇਟਸ। ਫਿਰ ਹੋਇਆ ਬੀਜਾਵਾਲਾ ਮੇਵਾੜ ਦੇ ਵਿੱਚ, ਇਹਦੇ ਲੀਡਰ ਕੌਣ ਹੈਗੇ, ਸੀਤਾਰਾਮ ਦਾਸ ਅਤੇ ਭੋਪ ਸਿੰਘ। ਫਿਰ ਜਿਹੜਾ ਚੰਪਰਨ ਹੋਇਆ ਬਿਹਾਰ ਦੇ ਵਿੱਚ, ਇਹਦੇ ਲੀਡਰ ਕੌਣ ਸੀਗਾ, ਮਹਾਤਮਾ ਗਾਂਧੀ, ਸਾਰਿਆਂ ਨੂੰ ਪਤਾ ਹੋਊਗਾ। ਅਤੇ ਸਕਸੈਸਫੁਲ ਅਗੇਂਸਟ ਦਾ ਤੀਨ ਕਠੀਆ ਸਿਸਟਮ, ਜਿਹੜਾ ਆਪਣਾ ਚੰਪਰਨ ਸੱਤਿਆਗ੍ਰਹਿ ਸੀਗਾ ਉਹ ਕਿਹੜੇ ਸਿਸਟਮ ਦੇ ਅਗੇਂਸਟ ਸੀ, ਤਾਂ ਆਪਣਾ ਆਂਸਰ ਆ ਜਾਊਗਾ ਤੀਨ ਕਠੀਆ ਸਿਸਟਮ ਦੇ ਅਗੇਂਸਟ ਸੀਗਾ। ਨੈਕਸਟ ਹੈਗਾ ਖੇੜਾ ਸੱਤਿਆਗ੍ਰਹਿ ਜਿਹੜਾ ਕਿ ਗੁਜਰਾਤ ਦੇ ਵਿੱਚ ਹੋਇਆ ਸੀਗਾ ਮਹਾਤਮਾ ਗਾਂਧੀ ਦੇ ਦੌਰਾਨ। ਤਾਂ ਉਹ ਕਿਸ ਵਾਸਤੇ ਸੀਗਾ, ਇਸ ਦਾ ਰਿਵੈਨਿਊ ਕਲੈਕਸ਼ਨ ਆਫਟਰ ਦਾ ਡਿਸਟਰਕਸ਼ਨ ਆਫ ਕ੍ਰੌਪਸ। ਠੀਕ ਹੈ। ਸੋ ਨੈਕਸਟ ਆ ਜਾਂਦੇ ਅਵਧ ਰਾਏਬਰੇਲੀ ਦੇ ਵਿੱਚ ਹੋਏ ਸੀਗੇ। ਇਹਦੇ ਲੀਡਰ ਕੌਣ ਸੀਗੇ, ਜਹਾਂਗੀਰ ਸਿੰਘ ਐਂਡ ਦਾ ਬਾਬਾ ਰਾਮਚੰਦਰ। ਐਕਸਟ੍ਰੀਮਲੀ ਇੰਪੋਰਟੈਂਟ ਹੈਗਾ ਜਹਾਂਗੀਰ ਸਿੰਘ ਅਤੇ ਬਾਬਾ ਰਾਮਚੰਦਰ, ਜੋ ਕਿ ਅਵਧ ਰਿਵੋਲਟ ਦੇ ਨਾਲ ਰਿਲੇਟਿਡ ਹੈਗੇ। ਠੀਕ ਹੈ। ਫਿਰ ਨੈਕਸਟ ਆ ਜਾਂਦੇ ਏਕਾ ਮੂਵਮੈਂਟ ਜਿਹੜੀ ਕਿ ਹੋਈ ਸੀ 1920 ਦੇ ਵਿੱਚ। ਐਕਸਟ੍ਰੀਮਲੀ ਇੰਪੋਰਟੈਂਟ ਹੈਗੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਹੋਈ, ਸੀਤਾਪੁਰ, ਬਬਰੈਚ, ਬਬਰੰਕੀ ਐਂਡ ਦਾ ਹਰਦੋਈ, ਜਿਹੜੇ ਕਿ ਕਿਹੜੇ ਲੀਡਰ ਦੇ ਅੰਡਰ ਹੋਈ ਸੀਗੀ, ਤਾਂ ਆਪਣਾ ਆਂਸਰ ਆ ਜਾਊਗਾ ਮਦਾਰੀ ਪਾਸੀ ਦੇ ਲੀਡਰ ਦੇ। ਐਕਸਟ੍ਰੀਮਲੀ ਇੰਪੋਰਟੈਂਟ ਹੈਗਾ ਇਹ ਵੀ। ਸੋ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿਹੜੇ ਕਿਹੜੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ। ਇੱਕ ਤੋਂ ਇੰਡੀਗੋ ਰਿਵੋਲਟ ਹੈਗਾ 1859 ਦੇ ਵਿੱਚ। ਫਿਰ ਆ ਜਾਂਦਾ ਪਬਨਾ, ਡੈਕਨ ਅਤੇ ਚੰਪਰਨ, ਖੇੜਾ, ਅਵਧ, ਏਕਾ। ਇਹ ਸਾਰੇ ਦੇ ਸਾਰੇ ਇੰਪੋਰਟੈਂਟ ਹੈਗੇ। ਇਹਨਾਂ ਦੇ ਲੀਡਰ ਤੁਸੀਂ ਯਾਦ ਕਰਨੇ ਆ, ਇਹ ਕਦੋਂ ਹੋਈ ਸੀਗੀ, ਇਹਨਾਂ ਦਾ ਕਰੋਨੋਲੋਜੀਕਲ ਆਰਡਰ, ਇਹਨਾਂ ਦੇ ਕੋਰਸ ਐਂਡ ਕੌਨਸੀਕੁਐਂਸਿਸ ਤੁਹਾਨੂੰ ਸਾਰੇ ਦੇ ਸਾਰੇ ਪਤਾ ਹੋਣੇ ਚਾਹੀਦੇ ਆ। ਠੀਕ ਹੈ। ਸੋ ਇਹ ਆਪਾਂ ਸਾਰੇ ਕੁਐਸਚਨ ਦੇ ਵਿੱਚ ਜਿੰਨੇ ਵੀ ਆਪਾਂ ਪਹਿਲਾਂ ਕੁਐਸਚਨ ਕੀਤੇ ਆ ਪ੍ਰੀਵੀਅਸ ਆਪਣੀ ਜਿਹੜੀ ਸੀਰੀਜ਼ ਹੈਗੀ ਸੀ ਕੁਐਸਚਨ ਕੀਤੇ ਹੈ ਉਹਨਾਂ ਦੇ ਨਾਲ ਮਿਲਦੇ ਜੁਲਦੇ ਹੈਗੇ, ਉਹਨਾਂ ਦੀ ਕੰਕਰੀਟ ਨੌਲੇਜ ਤੁਹਾਨੂੰ ਪ੍ਰੋਵਾਈਡ ਕਰ ਰਿਹਾ। ਸੋ ਜਿਨ੍ਹਾਂ ਨੇ ਪਹਿਲੀ ਸੀਰੀਜ਼ ਨਹੀਂ ਵੇਖੀ ਜਾ ਕੇ ਜ਼ਰੂਰ ਵੇਖੋ, ਐਗਜ਼ਾਮ ਦੇ ਲਈ ਐਕਸਟ੍ਰੀਮਲੀ ਇੰਪੋਰਟੈਂਟ ਹੈਗੀ ਆ। ਠੀਕ ਹੈ ਜੀ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ, ਬਾਕੀ ਆਪਾਂ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਜਿਹੜੀ ਆਪਣੀ 500 ਕੁਐਸਚਨ ਵਾਲੀ ਸੀਰੀਜ਼ ਹੈਗੀ ਆਪਾਂ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਸੋ ਮੈਂ ਤੁਹਾਨੂੰ ਕਿਹਾ ਸੀਗਾ ਬਰੀਫ ਵੀ ਹੋਊਗੀ, ਡੈਪਥ ਵੀ ਹੋਊਗੀ, ਸਾਰਾ ਕੁਝ ਮਿਲੂਗਾ ਤੁਹਾਨੂੰ ਇੱਕ ਹੀ ਪਲੇਟਫਾਰਮ 'ਤੇ। ਸਾਡੀ ਐਪ ਨੂੰ ਡਾਊਨਲੋਡ ਕਰੋ ਤੁਸੀਂ, ਐਕਸਟ੍ਰੀਮਲੀ ਇੰਪੋਰਟੈਂਟ ਹੈਗੀ ਹੈ ਤੁਹਾਡੇ ਲਈ। ਅਤੇ ਬਾਕੀ ਤੁਸੀਂ ਮੈਨੂੰ ਜੋ ਵੀ ਆਪਣੇ ਰਿਵਿਊਜ਼ ਹੈਗੇ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਦੇ ਸਕਦੇ ਹੋ, ਜਿਵੇਂ ਕਿ ਤੁਹਾਨੂੰ ਆਈਡੀ ਦੱਸੀ ARNTANEJ07। ਅਤੇ ਬਾਕੀ ਇਹਨਾਂ ਦੀ ਜਿਹੜੀ ਆਪਾਂ ਲਿਸਟਾਂ ਵਾਲੀ ਜਿਹੜੀ ਵੀਡੀਓ ਹੈਗੀ ਇਹਨੂੰ ਤੁਸੀਂ ਵਾਰ-ਵਾਰ ਵੇਖੀ ਜਾਣਾ, ਵਾਰ-ਵਾਰ ਰਿਵਾਈਜ਼ ਕਰਨਾ, ਤਾਂ ਹੀ ਤੁਹਾਨੂੰ ਆ ਕੇ ਯਾਦ ਹੋਣਗੀਆਂ। ਸੋ ਤੁਹਾਨੂੰ ਹਰ ਚੀਜ਼ ਦਾ ਕਾਰਨ ਵੀ ਦੱਸਿਆ, ਕਿਉਂ ਵੀ ਦੱਸਿਆ ਅਤੇ ਕਿਵੇਂ ਵੀ ਦੱਸਿਆ, ਅਤੇ ਅੱਗੇ ਉਹਦੇ ਫਰਦਰ ਕੌਨਸੀਕੁਐਂਸਿਸ ਵੀ ਦੱਸੇ ਆ। ਸੋ ਉਸ ਢੰਗ ਦੇ ਨਾਲ ਤੁਸੀਂ ਵੀ ਉਸੇ ਢੰਗ ਦੇ ਨਾਲ ਚੀਜ਼ਾਂ ਨੂੰ ਯਾਦ ਕਰਨਾ ਹੈ। ਸੋ ਤੁਸੀਂ ਵੇਖਣਾ ਹੈ ਵੀ ਤੁਹਾਨੂੰ ਬੁੱਕਸ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਇਹ ਵਾਲੀਆਂ। ਬਾਕੀ ਤੁਸੀਂ ਨੋਟਸ ਵੀ ਪ੍ਰੋਵਾਈਡ ਕਰਾਂਗੇ, ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, ਬਾਕੀ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ, ਜਿਵੇਂ ਵੀ ਤੁਹਾਨੂੰ ਕਨਵੀਨੀਅੰਟ ਲੱਗਦਾ ਉਵੇਂ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ।